ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਤੁਮ ਦਾਤੇ ਠਾਕਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਇਹ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ। ਕੂਟ ਪਰਾਧ ਹਮਾਰੇ ਖੰਡਹੁ, ਅਨਕ ਵਿਧि ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖਹੁ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖਹੁ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੜੀ ਮਿਹਰ ਕਿਰਪਾ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਬੰਦੀ ਛੋੜ ਦਿਵਸ ਜੋ ਹੈ, ਸੰਗਤਾਂ ਨੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਹੈ, ਉੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੀ ਸੰਗਤ ਨੇ, ਪ੍ਰਬੰਧਕਾਂ ਨੇ ਰਲ ਕੇ ਬੜੇ ਪਿਆਰ ਦੇ ਨਾਲ ਇਹ ਪਵਿੱਤਰ ਗੁਰਪੁਰਬ ਮਨਾਇਆ ਹੈ। ਔਰ ਨਾਲ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਜੋ ਸ਼ਹੀਦੀ ਪੁਰਬ ਹੈ, ਉਹ ਵੀ ਦਿਵਾਲੀ ਦੇ ਗੁਰਪੁਰਬ ਮਨਾਉਣ ਸੰਬੰਧ ਵਿੱਚ ਹੀ ਹੋਇਆ ਸੀ, ਕਿਉਂਕਿ ਜਿਹੜੀ ਮੁਗਲਿਆ ਸਰਕਾਰ ਸੀ ਉਹਨਾਂ ਨੇ ਆਪਣੇ ਬਚਨ ਤੋਂ ਫਿਰ ਗਏ, ਗੁਰਪੁਰਬ ਨਹੀਂ ਸੀ ਮਨਾਉਣ ਦਿੱਤਾ ਅਤੇ ਟੈਕਸ ਮੰਗਦੇ ਸੀ। ਸੋ ਭਾਈ ਸਾਹਿਬ ਨੂੰ ਬਹਾਨਾ ਬਣਾ ਕੇ ਅਤੇ ਹੋਰ ਸਿੰਘਾਂ ਨੂੰ ਲਾਹੌਰ ਨਿਖਾਸ ਮੰਡੀ ਵਿੱਚ ਸ਼ਹੀਦ ਕੀਤਾ ਸੀ। ਬੰਦ ਬੰਦ ਕਟਾਇਆ, ਪਰ ਸਿੱਖੀ ਸਿਦਕ ਵਿੱਚ ਪੂਰੇ ਉਤਰੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 52 ਜਿਹੜੇ ਰਾਜੇ ਵੱਖ ਵੱਖ ਸਟੇਟਾਂ ਦੇ ਕੈਦ ਕੀਤੇ ਸੀ, ਮੁਗਲ ਬਾਦਸ਼ਾਹ ਨੇ ਸਤਿਗੁਰੂ ਨੇ ਕਿਰਪਾ ਕਰਕੇ ਬੰਦ ਖਲਾਸੀ ਭਾਣੇ ਹੋਏ, ਉਹਨਾਂ ਦੀ ਵੀ ਬੰਦ ਖਲਾਸੀ ਕੀਤੀ, ਕਿਰਪਾ ਕੀਤੀ। ਅਤੇ ਬੜੀ ਸ਼ਰਧਾ ਦੇ ਨਾਲ ਸੰਗਤਾਂ ਨੇ ਸਤਿਗੁਰੂ ਜੀ ਦੇ ਆਗਮਨ ਨੂੰ ਜਾਣ ਕੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀਪਮਾਲਾ ਕੀਤੀ। ਬੜਾ ਉਤਸ਼ਾਹ ਪਿਆਰ ਹੋਇਆ। ਉਹ ਸਾਰਾ ਇਤਿਹਾਸ ਅੰਮ੍ਰਿਤ ਵੇਲੇ ਸੰਗਤਾਂ ਨੇ ਸ਼ਰਵਣ ਕੀਤਾ ਹੈ। ਸੋ ਅੱਜ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਦੀ ਅਰਖੋਵਾਲ ਵਾਲੇ ਯਾਦ ਵਿੱਚ ਭਾਵ ਬਰਸੀ ਸਮਾਗਮ ਹੈ, ਕਿਉਂਕਿ ਮਹਾਂਪੁਰਖਾਂ ਨੂੰ ਵੀ ਪਰਮੇਸ਼ਰ ਸੇਵਾ ਲਾ ਕੇ ਸੰਸਾਰ 'ਤੇ ਭੇਜਦੇ ਹਨ। ਜਿੰਨਾ ਜਿੰਨਾ ਸਮਾਂ ਅਕਾਲ ਪੁਰਖ ਵੱਲੋਂ ਨਿਸ਼ਚਿਤ ਹੁੰਦਾ ਹੈ, ਉਹਦੇ ਅਨੁਸਾਰ ਉਹ ਆਪਣੀ ਸੇਵਾ ਨਿਭਾ ਕੇ ਉਸ ਵਾਹਿਗੁਰੂ ਦੇ ਦੇਸ਼ ਵਿੱਚੋਂ ਆਉਂਦੇ ਹਨ। ਉਹਦੀ ਆਗਿਆ ਵਿੱਚ ਰਹਿ ਕੇ ਬਚਨਾਂ ਦਾ ਪਾਲਣ ਕਰਦੇ ਹੋਏ, ਸੰਗਤਾਂ ਨੂੰ ਗੁਰਮਤਿ ਨਾਲ ਜੋੜਦੇ ਹੋਏ ਅਤੇ ਗੁਰੂ ਪਰਮੇਸ਼ਰ ਦੀ ਇੱਛਾ ਦੇ ਵਿੱਚ ਉਹ ਆਪਣੇ ਪਰਮਾਤਮਾ ਦੇ ਪਾਸ ਚਲੇ ਜਾਂਦੇ ਹਨ। ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਪੁਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਏ। ਕਿਉਂਕਿ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ। ਜਾਵਨ ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਇਸ ਵਾਸਤੇ ਸੋ ਮਹਾਂਪੁਰਖਾਂ ਦਾ ਜਿਹੜਾ ਜਨਮ ਹੈ, ਮਾਲਪੁਰ ਦੇ ਇਲਾਕੇ ਲੰਗੇਰੀ ਪਿੰਡ ਆ। ਸੋ 21 ਵਿਸਾਖ 3 ਮਈ 1899 ਅੰਗਰੇਜ਼ੀ ਅਤੇ ਸਰਦਾਰ ਨਾਰਾਇਣ ਸਿੰਘ ਜੀ ਔਰ ਮਾਤਾ ਰਾਜ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ। ਬਚਪਨ ਉੱਥੇ ਬੀਤਿਆ। ਜਦੋਂ ਜਵਾਨ ਅਵਸਥਾ ਹੋਈ ਅਤੇ ਆਪ ਜੀ 1907 ਵਿੱਚ ਫੌਜ 'ਚ ਭਰਤੀ ਹੋ ਗਏ ਅਤੇ
ਉਸ ਤੋਂ ਉਪਰੰਤ ਤੇ ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਦੀ ਪੋਤੀ ਮਰਦਾਨ ਵਾਲਿਆਂ ਦੀ ਸ਼ਰਨ ਪ੍ਰਾਪਤ ਹੋ ਗਈ। ਉਹਨਾਂ ਦੀ ਆਗਿਆ ਵਿੱਚ ਹੀ ਫਿਰ ਜਿਵੇਂ ਹੁਕਮ ਹੋਇਆ ਮਹਾਂਪੁਰਖਾਂ ਦਾ, ਫੌਜ ਦੇ ਵਿੱਚ ਨੌਕਰੀ ਕੀਤੀ, ਵਰਲਡ ਵਾਰ ਵਿੱਚ ਵੀ ਰਹੇ। 1917 ਵਿੱਚ ਫੌਜ ਦਾ ਤਿਆਗ ਕਰਕੇ ਪੈਨਸ਼ਨ ਨਹੀਂ ਲਈ ਔਰ ਬਾਬਾ ਜੀ ਦੀ ਸ਼ਰਨ ਵਿੱਚ ਰਹੇ। ਫਿਰ 1918 ਵਿੱਚ ਹਰਖਵਾਲ ਜੋ ਪਿੰਡ ਹੁਸ਼ਿਆਰਪੁਰ 'ਚ ਹੈ, ਅਤੇ 1918 ਵਿੱਚ ਉੱਥੇ ਆ ਗਏ। 18 ਤੋਂ ਲੈ ਕੇ 1957 ਤੱਕ ਉਸ ਸਥਾਨ ਨੂੰ ਕੇਂਦਰ ਬਣਾ ਕੇ ਉਸ ਸਥਾਨ ਦਾ ਨਾਂ ਡੇਰਾ ਸੰਤਗੜ੍ਹ ਰੱਖਿਆ। ਅਤੇ ਫਿਰ ਸਾਰੇ ਭਾਰਤ ਵਿੱਚ ਵਿਚਰਦਿਆਂ ਹੋਇਆਂ ਗੁਰਮਤਿ ਪ੍ਰਚਾਰ ਕੀਤਾ ਔਰ ਲੰਗਰਾਂ ਦੀਆਂ ਸੇਵਾ, ਗੁਰੂ ਅਸਥਾਨਾਂ ਦੀਆਂ ਸੇਵਾ, ਅਤੇ ਜਿਵੇਂ ਜਿਵੇਂ ਅੰਮ੍ਰਿਤ ਛਕਾਉਣਾ ਨਿਰੰਕਾਰ ਦਾ ਹੁਕਮ ਸੀ, ਉਹਨੂੰ ਉਹਨਾਂ ਨੇ ਗੱਜ ਵੱਜ ਕੇ ਭੁਗਤਾਇਆ। ਔਰ ਫਿਰ ਸੰਨ 1957 'ਚ ਡਮੇਲੀ ਨਗਰ 'ਚ ਬਾਬੇ ਮਸਤ ਜੋ ਸੀ, ਉਹਨਾਂ ਦੇ ਬਚਨਾਂ ਮੁਤਾਬਕ ਅਖੀਰ ਉੱਥੇ ਰਹੇ 35 ਦਿਨ, ਅਤੇ ਉੱਥੇ ਨਿਵਾਸ ਰੱਖਿਆ। ਔਰ ਆਪਣੀ ਇੱਛਾ ਦੇ ਮੁਤਾਬਕ ਉਹਨਾਂ ਨੇ ਜੋ ਕਰਤੇ ਪੁਰਖ ਦਾ ਹੁਕਮ ਆ, ਅਤੇ 28 ਕੱਤਕ 13 ਨਵੰਬਰ ਦਿਨ ਬੁੱਧਵਾਰ ਸੰਨ 1957 ਦੇ ਵਿੱਚ ਉਹਨਾਂ ਨੇ ਫਿਰ ਆਪਣੇ ਸਮਾਉਣਾ ਕੀਤਾ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਿਆ ਗਗਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕਰਵਾਨ। ਸੂਰਜ ਕਿਰਨ ਮਿਲਿਆ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੋ ਅੱਜ ਆਪਣੇ 2023 ਸੰਨ ਹੋ ਗਿਆ ਉਸ ਸਥਾਨ ਨੂੰ ਕਾਇਮ ਹੋਇਆ। ਤਕਰੀਬਨ ਆਪਣੇ 105 ਸਾਲ ਹੋ ਗਏ। ਨਾਮ ਬਾਣੀ ਦਾ ਲੰਗਰ ਦਾ ਪ੍ਰਵਾਹ ਚਲਾਇਆ ਅਤੇ ਮੂਲ ਮੰਤਰ ਦਾ ਅਖੰਡ ਜਾਪ ਆਰੰਭ ਕੀਤਾ। ਅਤੇ ਬਾਬਾ ਈਸ਼ਰ ਸਿੰਘ ਜੀ ਜੋ ਬਤਾਲੇ ਨਗਰ ਤੋਂ, ਭਾਈ ਪੱਲਾ ਜੀ ਜੋ 6ਵੇਂ ਪਾਤਸ਼ਾਹ ਦੇ ਸੇਵਕ ਸੀ, ਉਹਨਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਮਹਾਂਪੁਰਖਾਂ ਦੇ ਨਾਲ ਰਹੇ। ਅਤੇ ਬਾਬਾ ਕਾਨਦਾਸ ਜੀ ਦੇ ਹੁਕਮ ਨਾਲ ਉਹਨਾਂ ਦਾ ਜਨਮ ਹੋਇਆ ਸੀ। ਅਤੇ ਬਾਬਾ ਮੇਹਰ ਸਿੰਘ ਜੀ ਨਿਜਰਾਂ ਦੀ ਪਡੋਰੀ ਵਾਲੇ, ਉਹਨਾਂ ਤੋਂ ਉਹਨਾਂ ਨੇ ਯੋਗਾ ਅਭਿਆਸ ਦੀ ਜਿਹੜੀ ਕਿਰਿਆ ਸਿੱਖੀ। ਔਰ ਜਿਵੇਂ ਬਾਬਾ ਈਸ਼ਰ ਸਿੰਘ ਜੀ ਨੇ ਉਹਨਾਂ ਨੂੰ ਹੁਕਮ ਲਾਇਆ ਸੀ, ਅਤੇ 12 ਸਾਲ ਸ਼੍ਰੀ ਤਰਨ ਤਾਰਨ ਅੰਮ੍ਰਿਤਸਰ ਸਾਹਿਬ ਨੰਗੇ ਚਰਨੀ ਯਾਤਰਾ ਕਰਨੀ। ਸੋ ਉਹ ਹੁਕਮ ਵੀ ਪੂਰੇ ਕੀਤੇ। ਫਿਰ ਲੰਗਰਾਂ ਵਾਸਤੇ ਆਪਣੇ ਨਨਕਾਣਾ ਸਾਹਿਬ ਅਵਤਾਰ ਪੁਰਬ 'ਤੇ ਲੰਗਰ ਲਾਉਣਾ, ਜੋਤੀ ਜੋਤ ਸਮਾਉਣ ਕਰਤਾਰਪੁਰ ਸਾਹਿਬ ਅੱਜ ਪਾਕਿਸਤਾਨ 'ਚ ਰਹਿ ਗਿਆ। ਹਰ ਮੱਸਿਆ ਦੇ ਦੁਆਬੇ ਵਾਲੇ ਕਰਤਾਰਪੁਰ, ਪੁੰਨਿਆਂ ਅਤੇ ਮਹਾਰਾਜ ਦੇ ਅਵਤਾਰ ਪੁਰਬ 'ਤੇ ਗੋਇੰਦਵਾਲ ਸਾਹਿਬ, ਔਰ ਚੇਤ ਭਾਦੋਂ ਦੀ ਮੱਸਿਆ ਸਵਾਸ ਦੀਆਂ ਟੂਟੀਆਂ ਤਰਨ ਤਾਰਨ ਅੰਮ੍ਰਿਤਸਰ ਸਾਹਿਬ, ਔਰ ਇਸੇ ਤਰ੍ਹਾਂ ਵਿਹੋਲੇ 'ਤੇ ਸ਼੍ਰੀ ਅਨੰਦਪੁਰ ਸਾਹਿਬ, ਔਰ ਦੁਸਹਿਰੇ 'ਤੇ ਚਮਕੌਰ ਸਾਹਿਬ, ਸਭਾ 'ਤੇ ਫਤਿਹਗੜ੍ਹ, ਮਾਘੀ 'ਤੇ ਮੁਕਤਸਰ, ਵਿਸਾਖੀ ਦੇ ਸ਼੍ਰੀ ਦਮਦਮਾ ਸਾਹਿਬ, ਅਤੇ ਮਹਾਰਾਜ ਦਸਮ ਪਾਤਸ਼ਾਹ ਗੁਰਪੁਰਬ 'ਤੇ ਸ਼੍ਰੀ ਪਟਨਾ ਸਾਹਿਬ, ਔਰ ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਗੁਰਤਾਗਦੀ ਦਿਵਸ 'ਤੇ ਸ਼੍ਰੀ ਹਜ਼ੂਰ ਸਾਹਿਬ। ਇਹ ਬਾਬਾ ਈਸ਼ਰ ਸਿੰਘ ਜੀ ਬਤਾਲੇ ਵਾਲਿਆਂ ਨੇ ਜਿਵੇਂ ਉਹਨਾਂ ਨੂੰ ਇਹ ਹੁਕਮ ਲਾਏ ਸੀ, ਉਹਦੇ ਮੁਤਾਬਕ ਉਹਨਾਂ ਨੇ ਉਹ ਲੰਗਰਾਂ ਦੀ ਜਿਹੜੀ ਸੇਵਾ ਭੁਗਤਾਈ। ਕਿਉਂਕਿ ਉਹਨਾਂ ਦਿਨਾਂ 'ਚ ਲੰਗਰ ਬਹੁਤ ਘੱਟ ਹੁੰਦੇ ਸੀ ਅਤੇ ਸੰਗਤਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ। ਇਸ ਵਾਸਤੇ ਫਿਰ ਮਹਾਂਪੁਰਖਾਂ ਨੇ ਕਿਰਪਾ ਕੀਤੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮੰਗਲ ਬਦਲੇ ਆ, ਉਦੋਂ ਫਿਰ ਮਹਾਂਪੁਰਖਾਂ ਨੇ ਉਦਮ ਪ੍ਰਸ਼ਾਰਥ ਕਰਕੇ ਸਾਰੇ ਸੰਪਰਦਾਇ ਮਹਾਂਪੁਰਖਾਂ ਨੂੰ ਇਕੱਠੇ ਕਰਕੇ ਇਹਦੇ ਵਾਸਤੇ ਪ੍ਰੇਰਿਤ ਕੀਤਾ। ਫਿਰ ਸਾਰੇ ਮਹਾਂਪੁਰਖ ਸੰਤ ਗਿਆਨੀ ਪਿੰਡਰਾਂ ਵਾਲੇ ਅਤੇ ਸ਼੍ਰੀਮਾਨ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਤਥਾ ਸਾਰੇ ਮਹਾਂਪੁਰਖਾਂ ਨੇ ਫਿਰ ਰਲ ਮਿਲ ਕੇ ਪ੍ਰਯਤਨ ਕੀਤਾ
ਅਤੇ ਗੁਰੂ ਗ੍ਰੰਥ ਸਾਹਿਬ ਦਾ ਜੋ ਨਿਯਮ ਮਰਜ਼ਾਦਾ ਦੇ ਵਿੱਚ ਸਾਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਤੋਂ ਲਿਖਾਇਆ ਸੀ। ਔਰ ਦਸਮ ਪਾਤਸ਼ਾਹ ਦਮਦਮਾ ਸਾਹਿਬ ਉਹਨਾਂ ਮਰਜ਼ਾਦਾ 'ਚ ਰਹਿੰਦਿਆਂ ਹੋਇਆ ਫਿਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਛਪਾਈ ਉਹ ਅੱਜ ਤਾਈਂ ਚੱਲ ਰਹੀ ਹੈ। ਸੋ ਇਸ ਵਾਸਤੇ ਇਸੇ ਤਰ੍ਹਾਂ ਖਨੌੜੇ ਪਿੰਡ 'ਚ ਬੁੱਚੜਖਾਨਾ ਸੀ, ਉਹ ਚੁਕਾਇਆ। ਔਰ ਉੱਥੇ ਹਜ਼ੂਰ ਸਾਹਿਬ ਸੱਚਖੰਡ ਨੇੜੇ ਬੁੱਚੜਖਾਨਾ ਖੋਲ੍ਹਣ ਲੱਗੇ ਸੀ, ਉਹ ਮਹਾਂਪੁਰਖਾਂ ਨੇ ਬੰਦ ਕਰਾਇਆ। ਇਸ ਤਰ੍ਹਾਂ ਲੰਗਰਾਂ ਦੀ ਬੇਅੰਤ ਗੁਰਧਾਮਾਂ ਦੀ ਸੇਵਾ ਜਿਹੜੀ ਹੈ ਕੀਤੀ ਕਰਾਈ ਹੈ। ਔਰ ਅੰਮ੍ਰਿਤ ਛਕਾਏ, ਨਸ਼ੇ ਛਡਾਏ, ਨਾਮ ਬਾਣੀ ਨਾਲ ਸੰਗਤਾਂ ਨੂੰ ਜੋੜਿਆ। ਜੋ ਮਹਾਂਪੁਰਖਾਂ ਦਾ ਅਕਾਲ ਪੁਰਖ ਵੱਲੋਂ ਹੁਕਮ ਹੈ ਉਹਦੇ ਅਨੁਸਾਰ ਉਹ ਕਰਦੇ ਕਰਾਉਂਦੇ ਮਰਜ਼ਾਦਾ ਵਿੱਚ ਰਹਿੰਦੇ। ਸੋ ਗੁਰਮੁਖ ਪਿਆਰਿਆਂ ਨੇ ਮਹਾਂਪੁਰਖਾਂ ਦੀ ਯਾਦ ਵਿੱਚ ਪਾਠ ਕੀਤਾ ਸੀ, ਭੋਗ ਪਾਏ। ਉਹਨਾਂ ਦਾ ਹੁਕਮ ਵੀ ਸਾਡੀ ਕੋਈ ਬਰਸੀ ਨਹੀਂ ਮਨਾਉਣੀ, ਜੇ ਤੁਹਾਤੋਂ ਨਾ ਰਿਹਾ ਜਾਏ ਸਹਿਜ ਪਾਠ ਕਰਕੇ ਭੋਗ ਪਾ ਲਓ, ਅਤੇ ਬਾਕੀ ਵੀ ਅਸੀਂ ਜੋ ਕਰਨਾ ਆਪਣਾ ਕਰ ਚੱਲੇ ਹਾਂ ਅਤੇ ਲੋੜ ਨਹੀਂ। ਅਤੇ ਬਾਕੀ ਜੇ ਕੋਈ ਕਰਦੇ ਹਾਂ ਅਸੀਂ ਆਪਣੇ ਭਲੇ ਲਈ, ਮਹਾਂਪੁਰਖ ਤਾਂ ਸੰਗਤ ਲਈ ਬਹੁਤ ਕੁਝ ਕਰ ਜਾਂਦੇ ਆ, ਬਾਅਦ ਵਿੱਚ ਵੀ ਉਹਨਾਂ ਦੀ ਕਲਾ ਕਾਇਮ ਰਹਿੰਦੀ ਹੈ। ਸੋ ਆਓ, ਪਾਠ ਦੇ ਭੋਗ ਪਏ ਆ, ਆਰਤੀ ਦਾ ਕੀਰਤਨ ਹੋਇਆ, ਸ਼ਬਦ ਕੀਰਤਨ ਹੋਇਆ, ਅਰਦਾਸ ਹੋਈ ਹੈ, ਅਤੇ ਆਪ ਸਾਰਿਆਂ ਨੇ ਸ਼ਬਦ ਸੁਣਿਆ। ਵਿਚਾਰ ਸਰਵਣ ਕਰੀਏ। ਸਮਾਂ ਬੜਾ ਸੀਮਤ ਆ। ਸਵੇਰੇ ਖੁੱਲ੍ਹੀ ਵਿਆਖਿਆ ਸ੍ਰੀ ਬੇਰ ਸਾਹਿਬ ਕੀਤੀ ਗਈ ਹੈ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਦੀ ਬਾਣੀ ਪੰਜਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਆਪ ਜੀ ਦਾਤੇ ਹੋ, ਠਾਕੁਰ ਹੋ, ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲੇ ਹੋ, ਔਰ ਨਾਇਕ ਖਸਮ ਮਾਰੇ, ਸਭ ਦੇ ਸੁਆਮੀ ਮਾਲਕ, ਸਾਡੇ ਵੀ ਸਾਰਿਆਂ ਦੇ ਮਾਲਕ ਹੋ। ਸਾਡੇ ਸਾਰਿਆਂ ਦੀ ਰੱਖਿਆ ਪ੍ਰਤਪਾਲਣਾ ਆਪੇ ਕਰਦੇ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਸਵਾਸ ਸਵਾਸ ਆਪ ਜੀ ਸਾਰਿਆਂ ਦੀ ਪਾਲਣਾ ਕਰ ਰਹੇ ਹੋ। ਹਮ ਬਾਰਕ ਤੁਮਰੇ ਤਾਰੇ। ਅਸੀਂ ਤੁਹਾਡੇ ਬੱਚੇ ਹਾਂ, ਨੰਨੇ, ਤੁਹਾਡੇ ਆਧਾਰ ਆਸਰੇ ਹਾਂ। ਜਿਵੇਂ ਨੰਨਾ ਬੱਚਾ ਮਾਂ ਪਿਓ ਦੇ ਆਸਰੇ ਹੁੰਦਾ, ਅਸੀਂ ਮਹਾਰਾਜ ਤੁਹਾਡੇ ਆਸਰੇ ਹਾਂ। ਸਾਡੀ ਲਾਜਪਾਤ ਇੱਜ਼ਤ ਵੀ ਤੁਹਾਡੇ ਹੱਥ 'ਚ ਆ। ਜਿਹਵਾ ਇੱਕ ਕਵਨ ਗੁਣ ਕਹੀਏ, ਰਸਨਾ ਇੱਕ ਆਪ ਜੀ ਦੇ ਗੁਣ ਬਿਆਨਤ ਆ। ਕਿੰਨੇ ਕਹਿ ਸਕਦੇ ਹਾਂ, ਪਰ ਸੱਚੇ ਪਾਤਸ਼ਾਹ ਆਪ ਜੀ ਪ੍ਰਵਾਨ ਕਰੋ, ਮਿਹਰ ਕਰੋ, ਕਿਰਪਾ ਕਰੋ। ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਹਿ ਲਈ। ਉਹ ਪਰਮੇਸ਼ਰ ਬੇਸ਼ੁਮਾਰ ਆ, ਉਹਦਾ ਸ਼ੁਮਾਰ ਅੰਤ ਨਹੀਂ ਆਉਂਦਾ, ਬੇਅੰਤ ਅੰਤ ਵੀ ਨਹੀਂ ਆਉਂਦਾ। ਸਾਰਿਆਂ ਦਾ ਮਾਲਕ ਹੈ, ਤੇਰੋ ਅੰਤ ਨਾ ਕਹਿ ਲਈ ਹੈ। ਇਹ ਪਰਮੇਸ਼ਰ ਤੇਰਾ ਅੰਤ ਕਿਸੇ ਤੋਂ ਵੀ ਪਾਇਆ ਨਹੀਂ ਜਾਂਦਾ ਹੈ। ਕਈਆਂ ਨੇ ਯਤਨ ਕੀਤਾ ਪਰ ਉਹ ਸਫਲ ਨਹੀਂ ਹੋਏ। ਰਾਹੋ ਕੋਟਾਂ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਓ। ਕਰੋੜਾਂ ਸਾਡੇ ਅਪਰਾਧ ਪਾਪ ਆ, ਖੰਡੋ ਕਿਰਪਾ ਕਰਕੇ ਨਾਸ ਕਰ ਦਿਓ। ਅਤੇ ਬਾਣੀ ਦੁਆਰਾ ਆਪ ਜੀ ਅਨੇਕਾਂ ਵਿਧੀਆਂ ਨਾਲ ਸਮਝਾਉਂਦੇ ਹਾਂ, ਪਰ ਸਾਡੀ ਕਲਯੁਗ ਜਿਵੇਂ ਮੱਤ ਬੜੀ ਮੋਟੀ ਹੈ, ਸਮਝ ਨਹੀਂ ਆਉਂਦੀ। ਆਪ ਕਿਰਪਾ ਕਰੇ, ਸੋਝੀ ਬਖਸ਼ੋ, ਸਮੱਤ ਬਖਸ਼ੋ। ਆਪ ਦੀ ਦਿੱਤੀ ਹੋਈ ਵਿਚਾਰ ਸਾਡੇ ਹਿਰਦੇ 'ਚ ਨਿਵਾਸ ਕਰੇ। ਅਸੀਂ ਗੁਰਮਤਿ ਅਨੁਸਾਰ ਚੱਲ ਕੇ ਆਪਣੀ ਜੀਵਨ ਯਾਤਰਾ ਸਫਲ ਕਰ ਸਕੀਏ। ਹਮ ਅਗਿਆਨ ਅਲਪ ਥੋੜ੍ਹੀ ਤੁਮ ਆਪਨ ਬਿਰਦ ਰਖਾਓ। ਅਸੀਂ ਗਿਆਨੇ ਹਾਂ, ਸਾਡੀ ਬੁੱਧੀ ਬੜੀ ਤੁੱਛ, ਥੋੜ੍ਹੀ ਮੱਤ ਵਾਲੇ ਹਾਂ। ਆਪਣਾ ਬਿਰਦ ਤੁਹਾਡਾ ਧਰਮ ਆ, ਜਿਹੜਾ ਤੁਹਾਡੀ ਸ਼ਰਨ ਆਉਂਦਾ ਉਹਦੀ ਲਾਜ ਰੱਖਣੀ। ਕਿਰਪਾ ਕਰਕੇ ਸਾਡੀ ਵੀ ਲਾਜਪਤ ਇੱਜ਼ਤ ਰੱਖ ਲਵੋ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸਚ ਸੇਲੇ। ਤੁਹਾਡੀ ਸ਼ਰਨ ਆ, ਤੁਹਾਡੇ 'ਤੇ ਸਾਡੀਆਂ ਆਸਾਂ ਲੱਗੀਆਂ ਆ। ਔਰ ਸੱਚੇ ਪਾਤਸ਼ਾਹ ਤੁਸੀਂ ਸੁੱਖ ਦੇਣ ਵਾਲੇ ਸਾਡੇ ਸੱਜਣ ਹੋ, ਮਿੱਤਰ ਹੋ। ਤੁਹਾਡੇ ਬਰਾਬਰ ਕੋਈ ਵੀ ਐਸਾ ਨਹੀਂ ਜਿਹੜਾ ਦੁੱਖ ਵਿੱਚ ਸਾਥ ਨਿਭਾ ਸਕੇ। ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਬੋਲੇ। ਇਹ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਆਏ ਆ, ਸਾਡੀ ਲਾਜ ਰੱਖ ਲਓ। ਅਸੀਂ ਆਪ ਜੀ ਦੇ ਕਰਦੇ ਬੋਲੇ ਦਾਸ ਹਾਂ। ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ੋ, ਸਮੱਤ ਬਖਸ਼ੋ। ਸੋ ਇਸ ਵਾਸਤੇ ਮਹਾਂਪੁਰਖਾਂ ਦਾ ਜਿਹੜਾ ਆਉਣਾ ਹੈ ਸੁਤੰਤਰ ਹੈ। ਜਿਵੇਂ ਜੇਲ੍ਹ ਦੇ ਵਿੱਚ ਦਰੋਗੇ ਵੀ ਹੈ, ਹੋਰ ਅਫਸਰ ਹੈ, ਡਾਕਟਰ ਵੀ ਜਾਂਦੇ ਆ, ਪਰ ਉਹ ਬੰਧਨ ਨਹੀਂ, ਕੈਦੀ ਬੰਧਨ 'ਚ।
ਇਸ ਤਰ੍ਹਾਂ ਜਿੰਨੇ ਜੀਵ ਆਪਣੇ ਕਰਮਾਂ ਦੇ ਬੰਧਨ 'ਚ 84 ਲੱਖ ਜੂਨਾਂ ਦੇ ਵਿੱਚ ਉਹ ਵਿਚਰ ਰਹੇ ਆ, ਜਿਹੋ ਜਿਹੀ ਕਿਸੇ ਦੀ ਪਰਾਰਬਧ ਚਲਾ ਰਹੇ ਆ। ਪਰ ਜਿਹੜੇ ਮਹਾਂਪੁਰਖ ਸੁਤੰਤਰ ਆ, ਜਿਹੜੇ ਸੰਗਤ ਦਾ ਊਟ ਆਸਰਾ ਲੈ ਕੇ ਮਹਾਂਪੁਰਖਾਂ ਤੋਂ ਸਿੱਖਿਆ ਪ੍ਰਵਚਨ ਸੁਣ ਕੇ ਉਹਨਾਂ ਬਚਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲੈਂਦੇ ਆ, ਉਹਨਾਂ ਦਾ ਤਾਂ ਮਨੁੱਖ ਜਨ ਸਫਲ ਹੋ ਜਾਂਦਾ। ਜੇ ਕੋਈ ਆਪਣੀ ਮਰਜ਼ੀ ਨਹੀਂ ਚੱਲਦਾ, ਟੇਢੀ ਪੱਗ ਟੇਢੇ ਚੱਲੇ, ਲਾਗੇ ਬੀਰੇ ਖਾਣ ਅਤੇ ਮਾੜੀਆਂ ਆਦਤਾਂ 'ਚ ਲੱਗੇ ਆ, ਫਿਰ ਉਹ ਜਿਹੋ ਜਿਹਾ ਕਿਸੇ ਦਾ ਕਰਮ ਆ। ਪਰਮਾਤਮਾ ਤਾਂ ਨਿਰਪੱਖ ਹੀ ਆ, ਪਰ ਉਹਨੂੰ ਉਹਦਾ ਜਿਹੋ ਜਿਹਾ ਕਰਮ ਹੈ ਉਹਦਾ ਫਲ ਉਹਨੂੰ ਭੋਗਣਾ ਪੈਂਦਾ ਹੈ। ਸੋ ਇਸ ਵਾਸਤੇ ਅਤੇ ਮਹਾਂਪੁਰਖਾਂ ਦਾ ਆਉਣਾ ਜਾਣਾ ਇੱਕ ਸਮਾਨ ਹੀ ਹੈ। ਗੁਰਮੁਖ ਆਏ ਜਾਏ ਨਿਸੰਗ, ਉਹਨਾਂ ਨੂੰ ਕੋਈ ਬੰਧਨ ਨਹੀਂ, ਨਿਰਬੰਧ ਅਵਸਥਾ ਹੁੰਦੀ ਹੈ। ਸੋ ਅਸੀਂ ਪ੍ਰੇਮ ਦੇ ਨਾਲ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਸਰਾ ਲੈ ਕੇ ਪਾਠਾਂ ਦੇ ਭੋਗ ਪਾਏ, ਕੀਰਤਨ ਔਰ ਵਿਚਾਰ ਸਰਵਣ ਕੀਤੇ। ਅਤੇ ਕੱਲ੍ਹ ਆਪ ਜੀ ਦੇ ਤਪ ਅਸਥਾਨ ਡੇਰਾ ਸੰਤਗੜ੍ਹ ਹਰਖੋਲ ਵਿਖੇ ਬਰਸੀ ਹੈ। ਅੱਜ ਰਾਤ ਵੀ ਸਮਾਗਮ ਹੈ। 14 ਨੂੰ ਫਿਰ ਉਹਨਾਂ ਦਾ ਜਿੱਥੇ ਮਹਾਰਾਜ ਨੇ ਚੌਪੇ ਚਰੀ ਹੈ ਆਪਣੇ ਨੰਗਲ ਸਤਲੁਜ ਦਰਿਆ, ਉੱਥੇ ਉਹਨਾਂ ਦਾ ਜਲ ਪ੍ਰਵਾਹ ਕੀਤਾ ਸੀ 14 ਨਵੰਬਰ ਨੂੰ। ਅਤੇ ਉੱਥੇ ਵੀ ਉਹਨਾਂ ਦੀ ਯਾਦ ਦੇ ਵਿੱਚ ਪਾਠਾਂ ਦੇ ਭੋਗ ਪਾਈਦੇ ਆ, ਕਿਉਂਕਿ ਅਤੇ ਉਹਨਾਂ ਦੀ ਯਾਦ 'ਚ ਉਹਨਾਂ ਦਾ ਤਪ ਅਸਥਾਨ ਡੇਰਾ ਸੰਤਗੜ੍ਹ ਰਾਤ ਵੀ 12 ਰਾਤ ਦਾ ਅਤੇ 13 ਦਿਨ ਦਾ ਦੀਵਾਨ ਹੁੰਦਾ। ਗੁਰੂ ਕੇ ਲੰਗਰ ਚੱਲਦੇ ਆ। ਬੇਅੰਤ ਮਹਾਂਪੁਰਖ ਸਿਆਣੇ ਗੁਰਮੁਖ ਹਾਜ਼ਰੀ ਭਰ ਕੇ ਲਾਹਾ ਲੈਂਦੇ ਆ। ਅਤੇ ਡਾਕਟਰ ਚਰਨ ਸਿੰਘ ਜੀ, ਬਾਬੂ ਕਾਹਨ ਸਿੰਘ ਜੀ, ਜਿੰਨਾ ਚਿਰ ਉਹਨਾਂ ਦਾ ਸਰੀਰ ਰਿਹਾ, ਉਹ ਫਿਰ ਨੰਗਲ ਗੁਰਦੁਆਰਾ ਬਗੌਰ ਸਾਹਿਬ ਜਿਹੜਾ, ਉੱਥੇ ਜਾ ਕੇ ਪਾਠ ਕਰਾਇਆ ਕਰਦੇ ਸੀ। ਫਿਰ ਉਹ ਸਰੀਰ ਤਿਆਗ ਗਏ ਅਤੇ ਮੇਰੇ ਮਨ 'ਚ ਆਈ ਵੀ ਜੋ ਮਹਾਂਪੁਰਖਾਂ ਦੇ ਉਹ ਸੇਵਾਦਾਰ ਕਰਦੇ ਰਹੇ ਆ, ਉਸ ਚੀਜ਼ ਨੂੰ ਆਪਾਂ ਜਦ ਤੱਕ ਮਹਾਰਾਜ ਸੇਵਾ ਬਖਸ਼ਣਗੇ ਕਰਦੇ ਰਹੀਏ। ਤੂੰ ਹਰ ਸਾਲ ਫਿਰ ਉੱਥੇ ਜਾ ਕੇ ਮਹਾਂਪੁਰਖਾਂ ਦੀ ਯਾਦ 'ਚ ਅਤੇ ਸਮਾਗਮ ਜਿਹੜਾ ਕਰੀਦਾ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਆਪਣਾ ਬਖਸ਼ਣ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।